आप लिहो तुम कथा सुधारी। सतनाम श्री वाहिगुरु साहिब जियो। दोहरा मंत्र राज संक्षेप कर, कहियो जथा मत सार। जिह समझे निज रूप लह, होत सिंधु भव पार। वाहिगुरु जी का खालसा, वाहिगुरु जी की फतेह। परम सन्मान जो गुरु की साजी नवाजी, गुरु खालसा साध संगत जीओ। सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ ਔਰ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬ੍ਰਹਮ ਗਿਆਨੀ ਭਾਈ ਗੁਰਦਾਸ ਸਾਹਿਬ ਜੀ ਸਤਿਗੁਰਾਂ ਦੀ ਆਗਿਆ ਲੈ ਕੇ ਬਨਾਰਸ ਦੇ ਵਿੱਚ ਜੋ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ, ਉੱਥੋਂ ਦੇ ਜੋ ਬਨਾਰਸ ਦੇ ਪੰਡਿਤ ਹਨ ਉਹ ਸ਼ੰਕਾ ਕਰ ਰਹੇ ਹਨ। 3 ਸਵਾਲ ਉਹਨਾਂ ਨੇ ਪੁੱਛੇ। ਪਹਿਲਾ ਤਾਂ ਵਾਹਿਗੁਰੂ ਮੰਤਰ ਉੱਤੇ ਸਵਾਲ ਕੀਤਾ ਵੀ ਵਾਹਿਗੁਰੂ ਮੰਤਰ ਦੀ ਕੀ ਲੋੜ ਹੈ ਜਦੋਂ ਗਾਇਤਰੀ ਮੰਤਰ ਸੀਗਾ। ਦੂਸਰਾ ਸਵਾਲ ਕੀਤਾ ਵੀ ਵੇਦ ਸ਼ਾਸਤਰਾਂ ਦੇ ਹੁੰਦਿਆਂ ਗੁਰਬਾਣੀ ਦੀ ਕੀ ਲੋੜ ਹੈ। ਤੀਸਰਾ ਸਵਾਲ ਹੈ ਕਿ 68 ਤੀਰਥ ਹਨ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਕੀ ਲੋੜ ਹੈ। ਤਾਂ ਭਾਈ ਗੁਰਦਾਸ ਜੀ ਬੜੇ ਪ੍ਰੇਮ ਨਾਲ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਪਹਿਲਾਂ ਵਾਹਿਗੁਰੂ ਮੰਤਰ ਦਾ ਬਹੁਤ ਡੂੰਘਾ ਗੂੜਾ ਗੈਰ ਗੰਭੀਰ ਅਰਥ ਦੱਸਿਆ ਹੈ। ਪਿਛਲੇ 2-4 ਦਿਨ ਲਗਾਤਾਰ ਵਿਆਖਿਆ ਆਪਾਂ ਸੁਣੀ ਹੈ। ਹੁਣ ਵਾਹਿਗੁਰੂ ਮੰਤਰ ਸਭ ਤੋਂ ਵੱਡੀ ਚੀਜ਼ ਹੈ ਨਾ, ਇਹਦੇ ਉੱਤੇ ਉਹਨਾਂ ਨੇ ਸ਼ੰਕਾ ਕੀਤਾ। ਭਾਈ ਸਾਹਿਬ ਨੇ ਸ਼ੰਕਾ ਕੱਟ ਕੇ ਰੱਖ ਦਿੱਤਾ। ਹੁਣ ਦੂਸਰਾ ਸ਼ੰਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਵੀ ਇਹ ਬਾਣੀ ਦੀ ਕੀ ਲੋੜ ਹੈ। ਤਾਂ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਗੁਰਬਾਣੀ ਦੀ ਮਹਿਮਾ ਦਰਸਾਉਣਗੇ ਉਹਨਾਂ ਪੰਡਤਾਂ ਦੀ ਬੋਲੀ ਵਿੱਚ, ਕਿਉਂਕਿ ਜਿੱਦਾਂ ਉਹ ਸਮਝੇ ਉਹਨੂੰ ਉੱਦਾਂ ਹੀ ਸਮਝਾਈਦਾ ਹੈ। ਕਿਉਂਕਿ ਉਹ ਬਹੁਤ ਵਿਦਵਾਨ ਹਨ ਕਾਸ਼ੀ ਦੇ ਪੰਡਤ। ਉਹ ਇੰਨੀ ਤਰਕ ਬੁੱਧੀ, ਤੇਜ਼ ਬੁੱਧੀ ਹੈ ਉਹਨਾਂ ਦੀ ਕਿ ਉਹ ਵਾਲ ਦੀ ਖੱਲ ਲਾ ਦਿੰਦੇ ਅਤੇ ਉਹਨਾਂ ਨੂੰ ਫਿਰ ਅੱਗੋਂ ਭਾਈ ਗੁਰਦਾਸ ਜੀ ਵਰਗਾ ਹੀ ਰੋਕ ਸਕਦਾ ਹੈ। ਮਹਾਰਾਜ ਦੀ ਕਿਰਪਾ ਸੀ ਭਾਈ ਸਾਹਿਬ ਕੋਲ, ਜਿੱਥੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ ਦਾ ਫਾਰਸੀ, ਅਰਬੀ, ਸੰਸਕ੍ਰਿਤ ਬਹੁਤ ਸਾਰੀਆਂ ਭਾਸ਼ਾਵਾਂ ਦਾ ਅੱਖਰੀ ਗਿਆਨ ਵੀ ਸੀ। ਨਾਲ ਨਾਲ ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ 4 ਪਾਤਸ਼ਾਹੀਆਂ ਦਾ ਸਿਰ 'ਤੇ ਹੱਥ ਵੀ ਸੀਗਾ। 4 ਪਾਤਸ਼ਾਹੀਆਂ ਦੀ ਸੇਵਾ ਕੀਤੀ ਸੀ, ਦਰਸ਼ਨ ਕੀਤੇ ਸੀ। ਗੁਰੂ ਅਮਰਦਾਸ ਦੇ ਤਾਂ ਭਤੀਜੇ ਹੀ ਸਨ, ਬੀਬੀ ਭਾਨੀ ਦੇ ਭਾਈ ਸਨ, ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਦੀ ਥਾਂ 'ਤੇ। ਇਸ ਕਰਕੇ ਭਾਈ ਸਾਹਿਬ ਜੀ ਦਾ ਬਹੁਤ ਵੱਡਾ ਰੁਤਬਾ ਸੀ। ਗੁਰਬਾਣੀ ਦੇ ਉਹ ਪਹਿਲੇ ਲਿਖਾਰੀ ਸਨ। ਉਹਨਾਂ ਨੇ ਜੋ ਬਚਨ ਕਹੇ ਨੇ ਕਾਸ਼ੀ ਦੇ ਵਿੱਚ, ਪੰਡਤਾਂ ਦੇ ਸਾਰੇ ਸ਼ੰਕੇ ਕੱਟ ਕੇ ਰੱਖ ਦਿੱਤੇ ਨੇ। ਆਓ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਤਰ ਰਾਜ ਸੰਖੇਪ ਕਰ। ਸਾਰੇ ਮੰਤਰਾਂ ਦਾ ਰਾਜਾ, ਮੰਤਰ ਤਾਂ ਬਹੁਤ ਹਨ ਸਾਧ ਸੰਗਤ ਜੀ। ਕਈ ਪ੍ਰਕਾਰ ਦੇ ਮੰਤਰ ਇੱਦਾਂ ਵਿੱਚ ਸ਼ਾਸਤਰਾਂ ਵਿੱਚ, ਗ੍ਰੰਥਾਂ 'ਚ ਮਿਲਦੇ ਹਨ, ਪਰ ਸਾਰੇ ਮੰਤਰਾਂ ਦਾ ਰਾਜਾ ਵਾਹਿਗੁਰੂ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਸਾਰਿਆਂ ਤੋਂ ਵੱਡੇ ਮੰਤਰ ਰਾਜ ਵਾਹਿਗੁਰੂ ਦਾ ਸੰਖੇਪ ਕਰਕੇ ਭਾਈ ਸਾਹਿਬ ਜੀ ਨੇ ਵਰਣਨ ਕੀਤਾ ਹੈ। ਕਹਿਓ ਜਥਾ ਮਤ ਸਾਰ। ਭਾਈ ਸਾਹਿਬ ਜੀ ਨੇ ਯਥਾ ਮਤ, ਜਿੰਨੀ ਮਰ ਸ੍ਰੇਸ਼ਟ ਬੁੱਧੀ ਵਾਹਿਗੁਰੂ ਨੇ ਦਿੱਤੀ ਸੀ, ਉਸੇ ਮੁਤਾਬਕ ਭਾਈ ਸਾਹਿਬ ਨੇ ਵਿਆਖਿਆ ਕੀਤੀ ਵਾਹਿਗੁਰੂ ਮੰਤਰ ਦੀ। ਜਿਹ ਸਮਝੇ ਨਿਜ ਰੂਪ ਲਹਿ। ਜਿਹੜਾ ਇਸ ਅਰਥਾਂ ਨੂੰ ਸਮਝ ਲਵੇ ਵਾਹਿਗੁਰੂ ਪਦ ਦੇ, ਆਪਣੇ ਸਰੂਪ ਤੁਹਾਨੂੰ ਪਤਾ ਲੱਗ ਜਾਂਦਾ ਮੈਂ ਕੌਣ ਹਾਂ। ਆਪਣੇ ਆਪ ਨੂੰ ਪਰਮਾਤਮਾ ਵਿੱਚ ਲੀਨ ਕਰਨ ਦਾ ਇੱਕੋ ਹੀ ਤਰੀਕਾ ਹੈ, ਵਾਹਿਗੁਰੂ 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 ਜਪੀ ਜਾਓ। ਜਪਦਿਆਂ ਜਪਦਿਆਂ ਜਿਹੜੇ ਉੱਪਰਲੇ ਛਿੱਲੜ ਦੇ ਨਾ ਆਤਮਾ ਦੇ ਚੜ੍ਹੇ ਹੋਏ ਉਹ ਲੈ ਜਾਂਦੇ ਆ। ਜਿਵੇਂ ਸਾਧ ਸੰਗਤ ਜੀ ਗੰਢਾ ਹੈ ਨਾ, ਗੰਢਾ ਉਹਦੇ ਛਿੱਲੜ ਲਾਈ ਜਾਓ ਲਾਈ ਜਾਓ ਲਾਈ ਜਾਓ ਅਤੇ ਵਿੱਚੋਂ ਜੋਤ ਸਰੂਪ ਗੱਲ ਹੈ। ਇਹ ਥੋੜ੍ਹੀ ਗੁਪਤ ਖੇਡ ਹੈ। ਬਸ ਮਿਸਾਲਾਂ ਤਾਂ ਦੇਣੀਆਂ ਪੈਂਦੀਆਂ ਸੰਸਾਰੀ, ਪਰ ਮਿਸਾਲਾਂ ਤੋਂ ਵੀ ਪਰੇ ਦੀ ਕੋਈ ਗੱਲ ਹੈ।
ਜਿੱਥੇ ਪੰਜੇ ਕੋਸ਼ ਹਨ ਨਾ, ਅੰਨਮਈ ਕੋਸ਼, ਪੁਰਾਣਮਈ ਕੋਸ਼, ਮਨੋਮਈ ਕੋਸ਼, ਵਿਗਿਆਨਮਈ ਕੋਸ਼, ਆਨੰਦਮਈ ਕੋਸ਼, ਇਹ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਚਾਰ ਇੱਕ ਕੋਸ਼ ਜਿਹੜਾ ਹੈ ਭਾਵ ਕੋਸ਼ ਸਰੀਰ ਰੂਪੀ, ਇਹ ਸਰੀਰ ਰੂਪੀ ਕੋਸ਼ ਨੂੰ ਜਦੋਂ ਪਰੇ ਕਰੀਦਾ ਤਾਂ ਫਿਰ ਸੂਖਮ ਚਾਰ ਪਤਲੇ ਪ੍ਰਾਣਮਈ ਪ੍ਰਾਣਾਂ ਦਾ ਕੋਸ਼ ਹੈ, ਮਨੋਮਈ ਮਨ ਦਾ ਕੋਸ਼ ਹੈ, ਵਿਗਿਆਨਮਈ ਬੁੱਧੀ ਦਾ ਕੋਸ਼ ਹੈ ਅਤੇ ਆਨੰਦਮਈ ਆਨੰਦ ਦਾ ਕੋਸ਼। ਉਹਦੇ ਅੰਦਰ ਸਰੂਪ ਹੈ ਛੁਪਿਆ ਹੋਇਆ, ਉਹਨੂੰ ਕੱਢਣਾ ਹੈ। ਅਤੇ ਜਦੋਂ ਵਾਹਿਗੁਰੂ 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 ਜਪਦਿਆਂ ਬਿਰਤੀ ਅੰਤਰਮੁਖੀ ਹੁੰਦੀ ਹੈ ਤਾਂ ਉਸ ਵੇਲੇ ਉਸ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਆਤਮ ਸਰੂਪ ਦਾ ਪ੍ਰਕਾਸ਼ ਹੋ ਜਾਂਦਾ, ਕਬਹੂ ਕਉ ਪਾਵੇ ਆਤਮ ਪ੍ਰਗਾਸ਼ ਕੋ। ਮਹਾਰਾਜ ਭੱਟਾਂ ਦੇ ਸਵਈਆਂ 'ਚ ਬਚਨ ਕਬਹੂ ਕਉ ਪਾਵੇ, ਕਦੀ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਉੱਥੇ ਪਹੁੰਚਦਾ ਹੈ। ਜਦੋਂ ਆਤਮ ਪ੍ਰਕਾਸ਼ ਹੋ ਜਾਂਦਾ ਹੈ ਫਿਰ ਆਤਮ ਜੋਤ ਭਈ ਪ੍ਰਫੁੱਲਤ, ਉਹ ਜੋਤ ਖਿੜਦੀ ਕਾਲ ਪੁਰਖ ਦੇ ਰੂਪ ਵਿੱਚ ਇੱਕਮਿਕ ਹੋ ਜਾਂਦੀ ਹੈ। ਹਾਂਜੀ, ਹੋਤ ਸਿੰਧ ਭਵ ਪਾਰ। ਐਸੇ ਅਭਿਆਸੀ ਜਿਹੜੇ ਹਨ ਵਾਹਿਗੁਰੂ 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 ਜਪਦੇ ਭਵ ਸਿੰਧ ਤੋਂ ਪਾਰ ਹੋ ਜਾਂਦੇ, ਸੰਸਾਰ ਸਮੁੰਦਰ ਤੋਂ ਪਰਲੇ ਪਾਸੇ, ਜਿੱਥੇ ਜੋਤ ਹੀ ਜੋਤ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਾਧ ਕੁਰਬਾਨ। ਇਹੋ ਜਿਹੀ ਅਵਸਥਾ ਆ ਜਾਂਦੀ ਹੈ ਫਿਰ। ਹਾਂਜੀ, ਚੌਪਈ ਸੁਨਹੁਦਤੀ ਸ੍ਰੀ ਗ੍ਰੰਥ ਜੋ ਬਾਣੀ। ਸੋ ਇਹ ਵਾਹਿਗੁਰੂ ਮੰਤਰ ਦੀ ਮਹਿਮਾ ਦੱਸ ਕੇ ਫਿਰ ਭਾਈ ਗੁਰਦਾਸ ਜੀ ਕਹਿੰਦੇ, ਪੰਡਤ ਜੀ ਤੁਹਾਡਾ ਦੂਜਾ ਸਵਾਲ ਹੈ ਗੁਰਬਾਣੀ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਇਹ ਧੁਰ ਕੀ ਬਾਣੀ ਹੈ, ਅਕਾਲੀ ਬਾਣੀ ਹੈ। ਹਾਂਜੀ, ਰਤਨਾਕਰ ਅਨਗਨ ਗੁਣ ਖਾਣੀ। ਇਹ ਰਤਨਾਂ ਦੀ ਖਾਣ ਹੈ, ਇਹ ਸਮੁੰਦਰ ਹੈ ਖੀਰਿਆਂ ਮੋਤੀਆਂ ਨਾਲ ਭਰਿਆ ਹੋਇਆ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਬਚਨ ਸੁਣ ਲੈ ਗੁਰੂ ਗ੍ਰੰਥ ਸਾਹਿਬ ਦਾ, ਸਾਡੀ ਬੁੱਧੀ 'ਚ ਹੀਰੇ ਮੋਤੀ ਰਤਨ ਜਵਾਹਰਾਤ ਭਰ ਜਾਂਦੇ ਆ। ਤੁਮਾਰੇ ਕਹਿੰਦੇ ਰਤਨਾਂ ਦੀ ਖਾਣ ਇਹ ਗੁਰਬਾਣੀ ਹੈ। ਸ਼੍ਰੀ ਗੁਰ ਇਹ ਨਿਮਿਤ ਅਵਤਾਰਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਸਿਰਫ ਬਾਣੀ ਨੂੰ ਪ੍ਰਗਟ ਕਰਨ ਲਈ ਹੋਇਆ। ਧੁਰ ਕੀ ਬਾਣੀ ਨੂੰ ਇਹ ਸੰਸਾਰ ਵਿੱਚ ਲਿਆਉਣਾ ਸੀ, ਇਸ ਕਰਕੇ ਮਹਾਰਾਜ ਦਾ ਅਵਤਾਰ ਹੋਇਆ ਸਤਿਗੁਰੂ ਜੀ ਦਾ। ਸ਼੍ਰੀ ਕੇਸ਼ਵ ਨਿਸ਼ਚੈ ਵਪਤਹਾਰਾ। ਨਿਸ਼ਚੈ ਗੱਲ ਕੇ ਵਿਸ਼ਵਾਸ ਕਰੋ ਕਿ ਮਹਾਰਾਜ ਪਰਮੇਸ਼ਰ ਵਾਹਿਗੁਰੂ ਕੇਸ਼ਵ ਜੀ ਨੇ ਸੰਸਾਰ ਦੇ ਵਿੱਚ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਆਮਦ ਨਾਰਾਇਣ ਸਰੂਪ। ਗੁਰੂ ਨਾਨਕ ਦੇਵ ਜੀ ਕਿਸੇ ਦੇਵੀ ਦੇਵਤੇ ਦੇ ਅਵਤਾਰ ਨਹੀਂ। ਗੁਰੂ ਨਾਨਕ ਦੇਵ ਜੀ ਖੁਦ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਦਾ ਅਵਤਾਰ ਹਨ। ਪ੍ਰਗਟਿਆ ਉਤਰਿਆ ਅਵਤਾਰ ਲੈ, ਸੋ ਪੁਰਖ ਸੁਜਾਨ, ਝਖੜ ਵਾਉ ਨਾ ਡੋਲਈ ਪਰਬਤ ਮੇਰਾਣ। ਆਪ ਪਰਮੇਸ਼ਰ ਅਕਾਲ ਪੁਰਖ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ ਹੈ। ਨਿਰਖਿਓ ਕਲ ਜਨ ਆਇਓ ਸੋ ਥੋਰੀ। ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਕਿਰਪਾ ਲਈ ਹੈ, ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ ਵੀ ਕਲਯੁਗ ਦੇ ਜਿਹੜੇ ਲੋਕ ਹਨ ਇਹਨਾਂ ਦੀ ਉਮਰ ਥੋੜ੍ਹੀ ਹੈ। ਉਮਰ ਥੋੜ੍ਹੀ ਹੈ। ਸਤਯੁਗ 'ਚ ਉਮਰ ਬੜੀ ਸੀ, ਲੱਖ ਵਰ੍ਹਿਆਂ ਦੀ ਆਰਜਾ। ਤ੍ਰੇਤੇ ਵਿੱਚ 10,000 ਉਮਰ ਰਹਿ ਗਈ, 9 ਹਿੱਸੇ ਘਟ ਗਈ। ਦੁਆਪਰ ਵਿੱਚ ਹੋਰ 9 ਹਿੱਸੇ ਘਟ ਗਈ, 1000 ਵਰ੍ਹੇ ਦੀ ਉਮਰ ਸੀ, ਫਿਰ ਵੀ ਬੜੀ ਸੀ। ਕਲਯੁਗ 'ਚ 100 ਸਾਲ ਉਮਰ ਹੈ। ਹੱਦ ਸਾਰਿਆਂ ਦੀ ਨਹੀਂ ਹੁੰਦੀ, ਪਰ ਜੇ ਕੋਈ ਹੱਦ ਜੀ ਲੇਗਾ 100 ਸਾਲ ਤੱਕ ਜੀ ਲੇਗਾ, 100 ਸਾਲ ਤੋਂ 2 ਸਾਲ ਉੱਤੇ ਜੀ ਲੇ, ਘੱਟ ਜੀ ਲੇ। ਇੱਦਾਂ ਇਹ ਤਾਂ ਨਹੀਂ ਵੀ 500 ਸਾਲ ਜੀ ਲੇਗਾ, ਇੰਨਾ ਤਾਂ ਨਹੀਂ ਹੋ ਸਕਦਾ। ਕਲਯੁਗ ਦੇ ਜੀਵਾਂ ਦੀ ਉਮਰ ਥੋੜ੍ਹੀ ਵੇਖੀ ਗੁਰੂ ਜੀ ਨੇ। ਜੋਗ ਜਗ ਜਪ ਬਨੈ ਨ ਪਹੁਰੀ। ਕਲਯੁਗ ਦੇ ਵਿੱਚ ਨਾ ਹੋ ਸਕਦਾ ਜੋਗ, ਨਾ ਹੋ ਸਕਦਾ ਜਪ, ਨਾ ਹੋ ਸਕਦੀ ਤੀਰਥ ਯਾਤਰਾ। ਜਿਹੜੇ ਕਰਮ ਕਾਂਡ ਹਨ ਉਹ ਵੀ ਨਹੀਂ ਹੋ ਸਕਦੇ, ਉਮਰ ਥੋੜ੍ਹੀ ਹੈ ਨਾ। ਜਗ ਕਰਾਉਣ ਵਾਸਤੇ ਵੀ ਬੰਦੇ ਨੂੰ ਬੜੀ ਉਮਰ ਚਾਹੀਦੀ ਸੀ, ਪੈਸਾ ਚਾਹੀਦਾ ਸੀ, ਸਾਧਨ ਚਾਹੀਦੇ ਸੀ। ਕਲਯੁਗ ਦਾ ਬੰਦਾ ਤਾਂ ਵਿਚਾਰਾ ਆਪਣੀ ਰੋਟੀ ਮਸੀਂ ਕਮਾ ਸਕਦਾ, ਉਹ ਜਗ੍ਹਾ ਵਾਸਤੇ ਪੈਸਾ ਕਿੱਥੋਂ ਲਿਆਵੇਗਾ, ਇੰਨਾ ਟਾਈਮ ਕਿੱਥੋਂ ਕੱਢੇਗਾ। ਗੁਰੂ ਨਾਨਕ ਦੇਵ ਜੀ ਨੇ ਵੇਖਿਆ ਇਹ ਤਾਂ ਵਿਚਾਰੇ ਗਰੀਬ ਹਨ, ਇਹਨਾਂ ਨੂੰ ਇਹ ਫੋਕਟ ਕਰਮਾਂ ਤੋਂ ਛੁਡਾਓ, ਅਸਲੀ ਜਿਹੜੀ ਚੀਜ਼ ਆ ਦੇ ਦਿਓ ਇਹਨਾਂ ਨੂੰ। ਹਾਂਜੀ,
ਪੂਰਬ ਧਰਮ ਸਥਾਪਨ ਹੇਤੂ। ਜੋ ਅਸਲੀ ਚੀਜ਼ ਸੀ ਨਾ, ਉਹ ਤੱਤ ਸੀਗਾ, ਉਹ ਦਿੱਤਾ ਨਾਮ। ਪਹਿਲੇ ਰਿਸ਼ੀਆਂ ਮੁਨੀਆਂ ਨੇ ਸਤਿਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ 'ਚ ਦੇਖਿਆ ਵੀ ਲੋਕਾਂ ਕੋਲ ਟਾਈਮ ਜ਼ਿਆਦਾ ਹੈ ਤੇ ਉਹਨਾਂ ਨੂੰ ਕੰਮ ਜ਼ਿਆਦਾ ਦੇਤੇ। ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਟਾਈਮ ਹੀ ਥੋੜ੍ਹਾ, ਉਹਨਾਂ ਨੇ ਉਹ ਚੀਜ਼ ਦਿੱਤੀ ਜੇ ਥੋੜ੍ਹੇ ਨਾਲ ਹੀ ਕੰਮ ਬਣ ਜਾਵੇ। ਛੇਤੀ ਭਲਾ ਕਰਨ ਲਈ ਪੂਰਬਲੇ ਧਰਮ ਦੀ ਸਥਾਪਨਾ ਵੀ ਕਰਤੀ। ਧਰਮ ਕੀ ਹੈ ਸਾਧ ਸੰਗਤ ਜੀ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰਮਾਤਮਾ ਨੂੰ ਮਿਲਣ ਵਾਸਤੇ ਸੌਖਾ ਕਰ ਦਿੱਤਾ। ਤਨ ਧਾਰਤ ਪ੍ਰਭ ਕਿਰਪਾ ਨਿਕੇਤੂ। ਪਿਛਲੇ ਯੁੱਗਾਂ ਵਿੱਚ ਵੀ ਪਰਮੇਸ਼ਰ ਅਵਤਾਰ ਧਾਰਦੇ ਰਹੇ। ਮੱਛ, ਕੱਛ, ਕੂਰਮ, ਆਗਿਆ, ਔਤਰਾਸੀ। ਪਹਿਲਾ ਮੱਛ ਅਵਤਾਰ ਹੋਇਆ, ਫਿਰ ਕੱਛ ਅਵਤਾਰ ਹੋਇਆ, ਫਿਰ ਬਰਾ ਅਵਤਾਰ ਹੋਇਆ, ਫਿਰ ਨਰਸਿੰਘ ਹੋਏ, ਫਿਰ ਪਰਸ਼ੁਰਾਮ, ਸ਼੍ਰੀ ਰਾਮਚੰਦਰ ਜੀ, ਕ੍ਰਿਸ਼ਨ ਜੀ, ਇੱਦਾਂ ਅਵਤਾਰ ਹੋਏ ਪਿਛਲੇ ਯੁੱਗਾਂ ਵਿੱਚ। 24 ਅਵਤਾਰ ਦੀ ਕਥਾ ਦਸਮ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੈ। ਕਲਯੁਗ ਦੇ ਵਿੱਚ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਰੂਪ 'ਚ ਅਵਤਾਰ ਧਾਰਨ ਕੀਤਾ। ਹਾਂਜੀ, ਤਾਂ ਤੇ ਜਿਹ ਬਿਦ ਜਗ ਕਲਿਆਣਾ। ਇਸ ਤਰ੍ਹਾਂ ਜਿਸ ਤਰ੍ਹਾਂ ਦੁਨੀਆ ਦਾ ਕਲਿਆਣ ਹੋਵੇ, ਭਲਾ ਹੋਵੇ, ਹੋਤ ਵਹੀ ਬਿਦ ਕ੍ਰਿਤ ਭਗਵਾਨਾ। ਭਗਵਾਨ ਜੀ ਉਹੀ ਕੰਮ ਕਰਦੇ। ਕਰਨਾ ਭਲਾ ਹੀ ਹੈ। ਜਿਹੜੇ ਯੁੱਗ ਵਿੱਚ ਜਿਵੇਂ ਹੋਵੇ ਉਵੇਂ ਹੀ ਮਹਾਰਾਜ ਲੋਕਾਂ ਨੂੰ ਰਸਤਾ ਦੱਸਦੇ ਹਨ, ਢੰਗ ਦੱਸਦੇ ਹਨ। ਅਵਰ ਸਾਧਨਾ ਬਨੈ ਨ ਕੋਈ। ਹੁਣ ਕਲਯੁਗ 'ਚ ਹੋਰ ਕੋਈ ਸਾਧਨਾ ਬਣ ਨਹੀਂ ਸਕਦੀ। ਕਲਯੁਗ ਦੇ ਸਮੇਂ ਵਿੱਚ ਨਾ ਤਾਂ ਯੋਗ ਹੋ ਸਕਦਾ ਹੈ, ਨਾ ਜਗ ਹੋ ਸਕਦੇ ਨੇ, ਨਾ ਤੀਰਥਾਂ ਦੀ ਯਾਤਰਾ ਹੋ ਸਕਦੀ ਹੈ, ਨਾ ਹੋਰ ਕੋਈ ਕਰਮ ਕਾਂਡ ਹੋ ਸਕਦਾ। ਟਾਈਮ ਨਹੀਂ ਕਿਸੇ ਕੋਲ। ਟਾਈਮ ਹੋਵੇ ਤੇ ਪੈਸਾ ਨਹੀਂ ਕਿਸੇ ਕੋਲ। ਜੇ ਪੈਸਾ ਹੋਵੇ ਤੇ ਸਰੀਰ 'ਚ ਬਲ ਨਹੀਂ ਹੁੰਦਾ। ਇੱਦਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਹੁੰਦੀਆਂ ਕਲਯੁਗ ਦੇ ਵਿੱਚ। ਗਿਰੀਵਾਨ ਵਾਚਾ ਅਤ ਗੋਈ। ਜਿਹੜੀ ਦੇਵਤਿਆਂ ਦੀ ਬਾਣੀ ਹੈ ਸੰਸਕ੍ਰਿਤ ਵੇਦ, 4 ਵੇਦ ਸੰਸਕ੍ਰਿਤ ਵਿੱਚ ਹਨ, 6 ਸ਼ਾਸਤਰ ਉਹ ਵੀ ਸੰਸਕ੍ਰਿਤ ਵਿੱਚ ਹਨ, 18 ਪੁਰਾਣ ਉਹ ਵੀ ਸੰਸਕ੍ਰਿਤ ਵਿੱਚ ਹਨ, ਤੇ 27 ਸਿਮਰਤੀਆਂ ਉਹ ਵੀ, ਸਾਰੇ ਧਰਮ ਗ੍ਰੰਥ ਸੰਸਕ੍ਰਿਤ ਵਿੱਚ ਹਨ। ਉਹ ਔਖੀ ਹੈ, ਬਹੁਤ ਗੁਪਤ ਹੈ, ਹਰ ਬੰਦੇ ਨੂੰ ਨਹੀਂ ਸਮਝ ਆਉਂਦੀ। ਸੰਸਕ੍ਰਿਤ ਪੜ੍ਹਨੀ, ਵੇਦ ਪੜ੍ਹਨੇ ਹੋਣ ਤਾਂ ਸਾਧ ਸੰਗਤ ਜੀ 18 ਸਾਲ ਪਹਿਲਾਂ ਹੋਰ ਪੜ੍ਹਾਈ ਕਰਨੀ ਪੈਂਦੀ। ਇਹ ਨਹੀਂ ਵੀ ਵੇਦ ਪੜ੍ਹਨਾ ਕੋਈ ਸੌਖਾ ਜਿਹਾ ਕੰਮ ਹੈ ਵੀ ਜਿਹਨੇ ਚੱਕਿਆ ਪੜ੍ਹ ਲਿਆ। ਇੱਦਾਂ ਥੋੜ੍ਹਾ। ਤੁਹਾਨੂੰ ਵਿਆਕਰਨ ਪੜ੍ਹਨਾ ਪੈਂਦਾ, ਸੰਸਕ੍ਰਿਤ ਦਾ ਲਘੂ ਸਿਧਾਂਤ, ਫਿਰ ਮੱਧਿਆ ਸਿਧਾਂਤ, ਫਿਰ ਸਿਧਾਂਤ ਕੌਮ ਦੀ ਪੜ੍ਹ ਕੇ ਵਿਆਕਰਨ ਦੇ ਹੋਰ ਬੜੇ ਗ੍ਰੰਥ ਲੱਗਦੇ। ਕੱਲਾ ਵਿਆਕਰਨ ਨਹੀਂ, ਫਿਰ ਨਾਲ ਨਿਰੁਕਤ ਪੜ੍ਹਨਾ ਪੈਂਦਾ, ਫਿਰ ਛੰਦ ਸ਼ਾਸਤਰ ਪੜ੍ਹਨਾ ਪੈਂਦਾ, ਫਿਰ ਕਲਪ ਪੜ੍ਹਨਾ ਪੈਂਦਾ, ਫਿਰ ਸਿੱਖਿਆ ਪੜ੍ਹਨੀ ਪੈਂਦੀ, ਫਿਰ ਜੋਤਿਸ਼ ਪੜ੍ਹਨਾ ਪੈਂਦਾ। 6 ਚੀਜ਼ਾਂ ਪੜ੍ਹ ਕੇ ਫਿਰ ਵੇਦ ਨੂੰ ਹੱਥ ਲਾਉਂਦੇ ਆ ਵੀ ਹੁਣ ਵੇਦ ਪੜ੍ਹ ਬਈ। ਹੁਣ ਫਿਰ ਵੇਦ ਨੂੰ ਪੜ੍ਹਨ 'ਤੇ ਟਾਈਮ ਲੱਗਦਾ। ਯਾਨੀ ਕਿ ਸੰਸਕ੍ਰਿਤ ਭਾਸ਼ਾ ਹਰ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਹਾਂਜੀ, ਪੜ੍ਹਤ ਪੜ੍ਹਤ ਹੋਇ ਆਇਓ ਬਤੀਤਾ। ਪੜ੍ਹਦਿਆਂ ਪੜ੍ਹਦਿਆਂ ਉਮਰ ਬੀਤ ਜਾਂਦੀ। ਪੜ੍ਹਦਿਆਂ ਪੜ੍ਹਦਿਆਂ ਕਾਸ਼ੀ ਵਿੱਚ ਬੱਚੇ ਜਾਂਦੇ, ਛੋਟੀ ਉਮਰ ਦੇ ਬੁੱਢੇ ਹੋ ਕੇ ਆਉਂਦੇ ਉੱਥੋਂ। ਸਾਰੀ ਉਮਰ ਬੀਤ ਜਾਂਦੀ। ਇੰਨੀ ਪੜ੍ਹਾਈ ਔਖੀ ਹੈ, ਸੰਸਕ੍ਰਿਤ ਦੀ ਕਠਿਨ ਹੈ, ਮਿਹਨਤ ਦਾ ਕੰਮ ਹੈ। ਹੋਇ ਕਬ ਧਿਆਨ ਤਿਹ ਵਿਪਰੀਤਾ। ਪਹਿਲਾਂ ਪੜ੍ਹੋ 20-25 ਸਾਲ, ਜਦੋਂ ਸਮਝ ਆਉਣ ਲੱਗਦੀ ਫਿਰ ਧਿਆਨ ਲਾਓ। ਧਿਆਨ ਤੇ ਧਿਆਤਾ ਦੀ ਤ੍ਰਿਪੁਟੀ ਫਿਰ ਬਣੀ ਰਹਿੰਦੀ ਹੈ। ਉਹ ਕਦੋਂ ਸਿੱਧ ਹੋਵੇਗੀ? ਫਿਰ ਬਹੁਤ ਟਾਈਮ ਚਾਹੀਦਾ, ਕਈ ਜਨਮਾਂ ਦੀ ਖੇਡ ਹੈ। ਹਾਂਜੀ, ਪਰ ਉਪਕਾਰ ਹੇਤ ਗੁਰ ਸੁਆਮੀ। ਗੁਰੂ ਨਾਨਕ ਦੇਵ ਜੀ ਨੇ ਸਾਡੇ ਤੇ ਪਰਉਪਕਾਰ ਕੀਤਾ, ਅਹਿਸਾਨ ਕੀਤਾ। ਸੁਲਭ ਗਿਰਾ ਬਰਨੀ ਗੁਰਗਾਮੀ। ਸੌਖੀ ਜੀ ਸਮਝ ਆ ਜੇ, ਸਾਡੀ ਬੋਲੀ 'ਚ ਬਾਣੀ ਰਚ ਦਿੱਤੀ। ਸੌਖੀ ਜੀ ਸਮਝ ਆ ਜੇ, ਸੁਖਮਨੀ ਸਾਹਿਬ ਦਾ ਪਾਠ ਸਾਰਿਆਂ ਨੂੰ ਸਮਝ ਆ ਜਾਂਦਾ। ਇੱਦਾਂ ਹੋਰ ਬਾਣੀ ਰਚ ਦਿੱਤੀ ਸਾਰੀ, ਸੌਖੀ ਸਮਝ ਆਵੇ, ਆਮ ਬੰਦੇ ਨੂੰ ਸਮਝ ਆਵੇ। ਸੱਚੇ ਪਾਤਸ਼ਾਹ ਨੇ ਜਿਹੜਾ ਵੇਦਾਂ ਸ਼ਾਸਤਰਾਂ ਦਾ ਗੁੱਝਾ ਗਿਆਨ ਸੀਗਾ, ਜਿਹਨੂੰ ਪੜ੍ਹਨ ਲਈ ਪੰਡਤ ਲੋਕ ਬੜੀਆਂ ਮਿੰਨਤਾਂ ਕਰਵਾਉਂਦੇ ਸੀ ਤੇ ਔਖਾ ਕਰਕੇ ਪੜ੍ਹਾਉਂਦੇ ਸੀ, ਗੁਰੂ ਬਾਬਾ ਜੀ ਨੇ ਸਾਨੂੰ ਸੌਖਿਆਂ ਹੀ ਬਖਸ਼ ਦਿੱਤਾ। ਨਾਮੀ ਨਾਮ ਏਕ ਦਿਖਰਾਵਾ। ਨਾਮੀ ਔਰ ਨਾਮ ਨੂੰ ਇੱਕ ਕਰਕੇ ਦਿਖਾਇਆ। ਨਾਮੀ ਪਰਮਾਤਮਾ ਨੂੰ ਕਹਿੰਦੇ ਨੇ, ਨਾਮ ਉਹਦਾ ਵਾਹਿਗੁਰੂ ਹੈ। ਆਖੋ ਸ੍ਰੀ ਵਾਹਿਗੁਰੂ। ਨਾਮੀ ਤੇ ਨਾਮ ਸਾਨੂੰ 2 ਦਿਸਦੇ ਨੇ, ਗੁਰੂ ਨੇ ਇੱਕ ਕਰਕੇ ਦਿਖਾਤਾ। ਕਹਿੰਦੇ ਨਾਮੀ ਆਪਣੇ ਨਾਮ ਤੋਂ ਵੱਖਰਾ ਨਹੀਂ ਹੁੰਦਾ।
ਮੰਨ ਲਓ ਕਿਸੇ ਬੰਦੇ ਦਾ ਨਾਮ ਸੱਜਣ ਸਿੰਘ ਹੈ, ਤੇ ਸੱਜਣ ਸਿੰਘ ਤੇ ਉਹ ਬੰਦਾ ਇੱਕੋ ਹੀ ਹੈ, ਦੋ ਥੋੜ੍ਹੇ ਨੇ। ਉਹ ਬੰਦਾ ਵੀ ਤੇ ਉਹਦਾ ਨਾਮ ਵੀ ਇੱਕੋ ਹੀ ਹੈ। ਨਾਮੀ ਨਾਮ ਇੱਕ ਦਿਖਾ, ਇੱਕ ਕਰਕੇ ਦਿਖਾ ਦਿੱਤਾ। ਹਾਂਜੀ, ਸ਼ਬਦ ਸੁਰਤ ਮਾਰਗ ਇਮ ਗਾਵਾ। ਇਹ ਗੁਰੂ ਜੀ ਨੇ ਆਖਿਆ ਵੀ ਵਾਹਿਗੁਰੂ ਆਖੋਗੇ ਨਾ, ਜਦੋਂ ਆਖੋ ਵਾਹਿਗੁਰੂ ਵਾਹਿਗੁਰੂ, ਤੇ ਵਾਹਿਗੁਰੂ ਹੁਣ ਕੋਲ ਆ। ਵਾਹਿਗੁਰੂ ਅੱਖਰ ਹੈ ਨਾ, ਸ਼ਬਦ ਜਿਹੜਾ, ਇਹ ਇੱਕ ਦਿਖਾਤਾ। ਵਾਹਿਗੁਰੂ ਤੇ ਵਾਹਿਗੁਰੂ ਦਾ ਨਾਮ ਇੱਕੋ ਹੀ ਚੀਜ਼ ਹੈ। ਹਾਂਜੀ, ਸਤ ਅਸਤ ਦੋ ਪਦ ਜੋੜੇ। ਕਹਿੰਦੇ ਦੋ ਚੀਜ਼ਾਂ ਮਿਕਸ ਹੋਈਆਂ ਪਈ ਸੀ, ਦੁੱਧ ਤੇ ਪਾਣੀ ਇਕੱਠਾ ਹੋਇਆ ਪਿਆ ਸੀ, ਉਹਨੂੰ ਵੱਖਰਾ ਵੱਖਰਾ ਕਰਨਾ ਬੜਾ ਔਖਾ ਸੀ। ਹੰਸ ਨੂੰ ਬੁਲਾਓ, ਹੰਸ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰ ਦਿੰਦਾ। ਹੰਸ ਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਹੈ, ਦੁੱਧ 'ਚ ਬਾਲਟੀ 'ਚ ਪਾਣੀ ਤੇ ਦੁੱਧ ਇਕੱਠਾ ਕਰਕੇ ਕੱਚੀ ਲੱਸੀ ਜੀ ਬਣਾ ਕੇ ਰੱਖ ਦਿਓ, ਆਪਾਂ ਨਹੀਂ ਵੱਖਰੀ ਕਰ ਸਕਦੇ। ਉਹਨੇ ਮਿੰਟ 'ਚ ਕਰ ਲੈਣੀ। ਕਿਉਂ? ਉਹਨੇ ਚੁੰਝ ਪਾਣੀ 2 ਮਿੰਟ ਵਿੱਚ ਚੁੰਝ 'ਚ ਭੋ ਕੇ ਰੱਖਦਾ। ਉਹਦੀ ਖਟਾਸ ਇੰਨੀ ਹੁੰਦੀ ਹੈ ਵੀ ਉਹ ਦੁੱਧ ਦੀਆਂ ਫੁੱਟੀਆਂ ਜੰਮ ਜਾਂਦੀਆਂ, ਉੱਪਰ ਆ ਜਾਂਦਾ, ਪਾਣੀ ਥੱਲੇ ਰਹਿ ਜਾਂਦਾ। ਬ੍ਰਹਮ ਗਿਆਨੀ ਜਿਹੜਾ ਹੈ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ, ਉਹਨੇ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰਤਾ। ਦੁੱਧ ਕੀ ਹੈ? ਆਤਮਾ ਪਰਮਾਤਮਾ, ਇਹ ਦੁੱਧ ਹੈ। ਪਾਣੀ ਕੀ ਹੈ? ਆ ਸਰੀਰ, ਆ ਦੁਨੀਆ, ਮਾਇਆ ਪਸਾਰ। ਬ੍ਰਹਮ ਤੇ ਮਾਇਆ ਆਪਸ ਵਿੱਚ ਸੱਤ ਤੇ ਅਸੱਤ, ਇੱਕ ਸੱਤ ਹੈ, ਇੱਕ ਅਸੱਤ ਹੈ। ਸੱਤ ਕਹਿੰਦੇ ਸੱਚ ਨੂੰ, ਅਸੱਤ ਕਹਿੰਦੇ ਝੂਠ ਨੂੰ। ਝੂਠ ਤੇ ਸੱਚ ਮਿਕਸ ਹੋਏ ਪਏ ਸੀਗੇ। ਹੁਣ ਆਤਮਾ ਸੱਚੀ ਹੈ ਇਸ ਸਰੀਰ ਦੇ ਵਿੱਚ, ਪਰ ਦਿਸਦੀ ਕੋਈ ਨਹੀਂ। ਸਾਨੂੰ ਲੱਗਦੀ ਹੈ ਵੀ ਪਤਾ ਨਹੀਂ ਹੈ ਕਿ ਨਹੀਂ ਹੈ। ਸਰੀਰ ਝੂਠਾ ਹੈ, ਸਾਨੂੰ ਸੱਚਾ ਦਿਸਦਾ। ਆਖੋ ਵਾਹਿਗੁਰੂ। ਸਰੀਰ ਝੂਠਾ ਹੈ, ਸੱਚਾ ਦਿਸਦਾ। ਆਤਮਾ ਸੱਚੀ ਹੈ, ਝੂਠੀ ਦਿਸਦੀ ਹੈ। ਗੜਬੜ ਹੋ ਗਈ ਨਾ। ਬਾਬੇ ਨਾਨਕ ਨੇ ਆ ਕੇ ਕੀਤਾ, ਸੱਚ ਨੂੰ ਦਿਖਾ ਦਿੱਤਾ ਵੀ ਆਹ ਸੱਚ ਹੈ, ਆਹ ਝੂਠ ਹੈ। ਜਿਉਣਾ ਸੱਚ ਝੂਠ ਹੈ, ਮਰਨਾ ਸੱਚ ਹੈ। ਦੋਵਾਂ ਚੀਜ਼ਾਂ ਦਾ ਦੁੱਧ ਪਾਣੀ ਵੱਖਰਾ ਵੱਖਰਾ ਕਰ ਦਿੱਤਾ। ਹਾਂਜੀ, ਸਤ ਸਤ ਕਰ ਅਸਤ ਵਿਛੋੜੇ। ਕਹਿੰਦੇ ਸੱਚ ਨੂੰ ਵੱਖਰਾ ਕਰ ਲਿਆ ਤੇ ਅਸੱਤ ਨੂੰ ਵੱਖਰਾ ਕਰਤਾ, ਵਿਛੋੜ ਦਿੱਤਾ। ਸਤ ਆਤਮਾ ਅਸਤ ਅਵਿਦਿਆ। ਹਾਂ, ਕਹਿੰਦੇ ਸੱਤ ਕੀ ਹੈ? ਆਤਮਾ ਸੱਤ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਤਮਾ ਸੱਚ ਹੈ, ਸਦਾ ਹੀ ਸੱਚ ਹੈ। ਤੇ ਜਿਹੜਾ ਅਵਿਦਿਆ ਅਗਿਆਨ ਕਰਕੇ ਦਿਸਦਾ ਸੰਸਾਰ, ਮੈਂ ਤੂੰ, ਵੱਡਾ ਛੋਟਾ ਸਰੀਰ, ਇਹ ਸਭ ਝੂਠ ਹੈ। ਅਵਿਦਿਆ ਅਗਿਆਨ ਨੂੰ ਕਹਿੰਦੇ ਆ। ਹਾਂਜੀ, ਮਹਾ ਗੂੜ ਕਰ ਪ੍ਰਗਟਿਓ ਸਦਇਆ। ਬੜਾ ਗੂੜੀ, ਬੜਾ ਗੁੱਝਾ ਗਿਆਨ ਸੀ ਇਹ, ਬੜਾ ਗੁੱਝਾ ਭੇਦ ਸੀਗਾ। ਇਹ ਗੁਰੂ ਨਾਨਕ ਨੇ ਪ੍ਰਗਟ ਕਰਤਾ, ਬੜਾ ਸੌਖਾ। ਗੁਰੂ ਨਾਨਕ ਸਾਹਿਬ ਨੇ ਉਹ ਸਤ ਆਤਮਾ ਦੇ ਦਰਸ਼ਨ ਕਰਾਤੇ, ਅਸਤ ਮਾਇਆ ਜਗਤ ਨੂੰ ਨਸ਼ਵਰ ਕਰਕੇ ਦਿਖਾ ਦਿੱਤਾ। ਸਤ ਅਸਤ ਭੇਦ ਲਖ ਪਾਵਾ। ਸਤ ਹੈ ਔਰ ਅਸਤ ਹੈ। ਇਹ ਸਤ ਕੀ ਹੈ, ਅਸਤ ਕੀ ਹੈ, ਇਹਦਾ ਭੇਦ ਗੁਰੂ ਸਾਹਿਬ ਨੇ ਪ੍ਰਗਟ ਕਰਕੇ ਦਿਖਾ ਦਿੱਤਾ। ਨਾਮ ਉਚਾਰਨ ਰੀਤ ਬਤਾਵਾ। ਔਰ ਸਾਰਿਆਂ ਨੂੰ ਇੱਕੋ ਤਰੀਕਾ ਦੱਸਿਆ ਵੀ ਦੁੱਧ ਤੇ ਪਾਣੀ ਵੱਖਰਾ ਕਰਨਾ ਭਾਈ, ਤੇ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪੀ ਜਾਓ। ਜਦੋਂ ਜਪੋਗੇ ਤੁਹਾਡੀ ਸੁਰਤ ਇਕਾਗਰ ਹੋਵੇਗੀ। ਨਾਮੀ ਤੇ ਨਾਮ ਅਭੇਦ ਹਨ। ਜਦੋਂ ਤੁਹਾਡੀ ਸੁਰਤ ਨਾਮੀ ਵਿੱਚ ਜਾਏਗੀ ਨਾ, ਪਹਿਲਾਂ ਨਾਮ ਜਪੋਗੇ, ਫਿਰ ਨਾਮੀ 'ਚ ਅਭੇਦ ਹੋਵੋਗੇ। ਜਦੋਂ ਨਾਮੀ 'ਚ ਅਭੇਦ ਹੋਵੋਗੇ, ਉਦੋਂ ਆ ਜਿਹੜਾ ਸੰਸਾਰ ਅਸਤ ਮਿਥਿਆ ਝੂਠਾ, ਇਹ ਨਾਸ ਹੋ ਜਾਏਗਾ। ਇਹ ਅੱਖਾਂ 'ਚੋਂ ਓਹਲੇ ਹੋ ਜਾਏਗਾ, ਕਿਉਂਕਿ ਹੈ ਤਾਂ ਨਹੀਂ ਇਹ। ਬਸ ਜਿਵੇਂ ਰੱਸੀ 'ਚ ਸੱਪ ਦਿਸਦਾ ਹੈ ਨਾ, ਇੱਦਾਂ ਇਹ ਪ੍ਰਤੀਤ ਹੁੰਦਾ ਹੈ। ਹਾਂਜੀ, ਨਾਮ ਅਰੂਪ ਅਰੂਪ ਸੁਆਮੀ। ਕਹਿੰਦੇ ਵਾਹਿਗੁਰੂ ਦਾ ਨਾਮ ਵੀ ਅਰੂਪ ਹੈ, ਨਾਮ ਦਾ ਕੋਈ ਰੂਪ ਨਹੀਂ ਹੁੰਦਾ। ਤੇ ਜਿਹਦਾ ਨਾਮੀ ਦਾ ਇਹ ਨਾਮ ਹੈ, ਉਹ ਨਾਮੀ ਵੀ ਅਰੂਪ ਹੈ। ਅਰੂਪ ਹੈ, ਅਨੂਪ ਹੈ। ਵਾਹਿਗੁਰੂ ਦਾ ਕੋਈ ਰੂਪ ਨਹੀਂ, ਉਹਦੇ ਨਾਮ ਦਾ ਵੀ ਕੋਈ ਰੂਪ ਨਹੀਂ। ਅੱਛਾ, ਅਰੂਪ ਵਿੱਚ ਜਾਣ ਲਈ, ਅਰੂਪ ਵਿੱਚ ਜਾਣ ਲਈ ਤੁਹਾਨੂੰ ਅਰੂਪ ਦਾ ਹੀ ਸਹਾਰਾ ਲੈਣਾ ਪਏਗਾ। ਅਰੂਪ ਵਿੱਚ ਜਾਣਾ, ਅਰੂਪ ਨਾਮ ਜਪਣਾ ਪਏਗਾ, ਵਾਹਿਗੁਰੂ ਵਾਹਿਗੁਰੂ ਜਪਣਾ ਪਏਗਾ। ਨਾਮ ਬ੍ਰਿਤ ਤੇ ਤਦ ਵਪਗਾਮੀ। ਨਾਮ 'ਚ ਜਦੋਂ ਬਿਰਤੀ ਜੁੜਦੀ ਹੈ, ਵਾਹਿਗੁਰੂ 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 ਵਾਹਿਗੁਰੂ,
ਇੱਕ ਦਿਨ ਦਾ ਕੰਮ ਨਹੀਂ ਹੈ ਸਾਧ ਸੰਗਤ ਜੀ। ਗੁਰੂ ਦੀ ਕਿਰਪਾ ਪਹਿਲੀ ਚੀਜ਼ ਹੈ, ਅਭਿਆਸ ਦੂਜੀ ਚੀਜ਼ ਹੈ। ਕਰਦੇ 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 ਫਿਰ ਇਹ ਗੱਲ ਬਣ ਜਾਂਦੀ ਹੈ। ਜਦੋਂ ਐਸਾ ਸਮਾਂ ਆਉਂਦਾ ਹੈ ਕਿ ਉਸ ਸਰੂਪ 'ਤੇ ਜਿਹੜਾ ਪਰਮੇਸ਼ਰ ਦਾ ਸਰੂਪ ਹੈ ਉਹਦੇ ਵਿੱਚ ਗਮਤਾ ਹੋ ਜਾਂਦੀ। ਤਦ ਵਪ ਗਾਮੀ, ਗਾਮੀ ਕਹਿੰਦੇ ਪਹੁੰਚਣਾ, ਵਪ ਕਹਿੰਦੇ ਸਰੀਰ, ਸਰੂਪ। ਵਾਹਿਗੁਰੂ ਦੇ ਸਰੂਪ ਵਿੱਚ ਪਹੁੰਚ ਹੋ ਜਾਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਵਾਹਿਗੁਰੂ ਦੇ ਸਰੂਪ ਵਿੱਚ ਸੁਰਤ ਜਾ ਕੇ ਸਮਾ ਜਾਂਦੀ ਹੈ, ਜਿਵੇਂ ਗੰਗਾ ਸਮੁੰਦਰ ਸਮਾ ਜਾਂਦੀ ਹੈ। ਹਾਂਜੀ। ਸੁਲਭ ਸਗਲ ਪ੍ਰਗਟਾਈ ਗੋਦ ਬਾਦ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਗੁਪਤ ਖੇਡ ਸੀ ਜਿਹੜੀ ਨਾ, ਉਹ ਪ੍ਰਗਟ ਕਰਤੀ। ਗੁੱਜਾ ਜਿਹੜਾ ਰਤਨ ਸੀ ਉਹਨੂੰ ਪ੍ਰਗਟ ਕਰ ਦਿੱਤਾ। ਨਾਮ ਰਤਨ ਲੈ ਗੁੱਜਾ ਰੱਖਿਆ। ਗੁੱਜਾ ਰਤਨ ਸੀਗਾ ਸਾਰਿਆਂ ਦੇ ਅੰਦਰ, ਇਹ ਵੀ ਨਹੀਂ ਬਾਹਰ ਸੀ ਕਿਤੇ, ਸਭ ਦੇ ਅੰਦਰ ਹੈ। ਪ੍ਰਗਟ ਗੁਰੂ ਨੇ ਕੀਤਾ। ਹਾਂਜੀ। ਜਾਂ ਤੇ ਹੋਏ ਅਮਰ ਥਿਰ ਇਹੋ ਨਾਦ। ਕਹਿੰਦੇ ਜਿਹਦੇ ਨਾਲ ਇਹ ਜੀਵ ਅਮਰ ਹੋ ਜਾਵੇ, ਇਹਨੂੰ ਜੰਮਣ ਮਰਨ ਦਾ ਚੱਕਰ ਇਹਦਾ ਖਤਮ ਹੋ ਜਾਵੇ, ਇਹ ਬੰਦਾ ਸਦਾ ਲਈ ਸਥਿਰ ਹੋ ਜਾਵੇ, ਐਸਾ ਬਣਾ ਦਿੱਤਾ। ਵੇਦ ਹੂੰ ਕਹਾ ਤ੍ਰਿਕਾਂਡ ਵਿਧਾਨਾ। ਵੇਦ ਵਿੱਚ ਤ੍ਰਿਕਾਂਡ ਦੱਸੇ ਨੇ, 3 ਕਾਂਡ। ਪਹਿਲਾ ਕਰਮ ਕਾਂਡ, ਦੂਸਰਾ ਉਪਾਸ਼ਨਾ ਕਾਂਡ, ਤੀਸਰਾ ਗਿਆਨ ਕਾਂਡ। ਕਰਮ ਕਾਂਡ 'ਚ ਦੱਸਿਆ ਜਾਂਦਾ ਵੀ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਜਿਹੜੇ ਜ਼ਿੰਦਗੀ ਦੇ ਵਿੱਚ ਕਰਮ ਕਰਨੇ ਨੇ ਉਹ ਕਿਹੜੇ ਨੇ, ਜਿਹੜੇ ਨਹੀਂ ਕਰਨੇ ਉਹ ਕਿਹੜੇ ਨੇ, ਵਿਹਿਤ ਕਰਮ ਕਿਹੜੇ ਨੇ, ਨਿਸ਼ਿੱਧ ਕਰਮ ਕਿਹੜੇ ਨੇ, ਕਾਮਿਆ ਕਰਮ ਕਿਹੜੇ ਨੇ, ਨਿਸ਼ਕਾਮ ਕਰਮ ਕਿਹੜੇ ਨੇ। ਇਹ ਸਾਰਾ ਕਰਮ ਕਾਂਡ ਦੇ ਵਿੱਚ ਆਉਂਦਾ ਹੈ। ਤੇ ਉਪਾਸ਼ਨਾ ਮੈਨੇ ਭਗਤੀ ਕਰਨੀ, ਉਹ ਭਗਤੀ ਵਿੱਚ ਦੱਸਿਆ ਉਪਾਸ਼ਨਾ 'ਚ। ਤੀਸਰਾ ਗਿਆਨ ਸਰੂਪ ਆਤਮਾ ਤੇ ਪਰਮਾਤਮਾ ਦੇ ਇੱਕ ਸਰੂਪ ਦਰਸਾਉਣ ਵਾਲਾ ਕਾਂਡ ਹੈ, ਉਹਨੂੰ ਗਿਆਨ ਕਾਂਡ ਕਹਿੰਦੇ। 3 ਕਾਂਡ ਇਹ ਵੇਦ ਵਿੱਚ ਦੱਸੇ ਹਨ। ਕਠਿਨ ਕਰਮ ਉਪਾਸਨ ਗਿਆਨਾ। ਸਭ ਤੋਂ ਪਹਿਲਾ ਕਰਮ ਕਾਂਡ ਹੈ, ਬੜਾ ਕਠਿਨ ਹੈ। ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ, ਸਾਰੀ ਉਮਰ ਬੰਦਾ ਇਸੇ 'ਚ ਉਲਝਿਆ ਰਹਿੰਦਾ। ਹਾਂਜੀ। ਮਹਾ ਜਤਨ ਸਾਧਕ ਇਹੋ ਸਾਧਨ। ਬੜੇ ਸਾਧਨਾਂ ਨਾਲ ਇਹ ਸਾਧਨ ਕੀਤਾ ਜਾਂਦਾ ਕਰਮ ਕਾਂਡ ਨੂੰ। ਫਿਰ ਉਪਾਸ਼ਨਾ ਭਗਤੀ ਹੋਰ ਕਠਿਨ ਖੇਡ ਹੈ, ਪ੍ਰੇਮ ਦੀ ਖੇਡ ਹੈ। ਉਹ ਹਰ ਇੱਕ ਬੰਦੇ ਕੋਲ ਪ੍ਰੇਮ ਦੀ ਪੂੰਜੀ ਨਹੀਂ ਹੁੰਦੀ, ਪ੍ਰੇਮ ਕਰ ਨਹੀਂ ਸਕਦਾ। ਤਾਂ ਤੀਸਰਾ ਹੈ ਗਿਆਨ ਕਾਂਡ। ਗਿਆਨ ਕਾਂਡ ਜਿਹੜਾ ਆਤਮ ਪਰਮਾਤਮਾ ਨੂੰ ਇੱਕ ਕਰਕੇ ਦੇਖਣਾ, ਪੂਰੇ ਗੁਰੂ ਦੀ ਕਿਰਪਾ ਬਿਨਾਂ ਹੁੰਦਾ ਨਹੀਂ ਉਹ। ਹਾਂਜੀ। ਕਲ ਕੁਲ ਜਨ ਕੇ ਭਰਮਨ ਬਾਦ ਨਾ। ਗੁਰੂ ਨਾਨਕ ਦੇਵ ਜੀ ਕਲਯੁਗੀ ਜੀਵਾਂ ਦੇ ਭਰਮ ਕੱਟਣ ਲਈ, ਉਹਨਾਂ ਨੂੰ ਸੌਖਾ ਮਾਰਗ ਦੱਸਣ ਲਈ ਆਏ ਹਨ। ਦੋਹਰਾ ਸ਼ਾਸਤਰ ਵੇਦ ਕੇ ਅਰਥ ਫਲ। ਸ਼ਾਸਤਰਾਂ ਦੇ ਵੇਦਾਂ ਦੇ ਅਰਥਾਂ ਦਾ ਜੋ ਫਲ ਹੈ, ਜਦਪ ਵਿਚਾਰੈ ਤਹਾਰ। ਕੋਈ ਬੰਦਾ ਬਹੁਤ ਵਿਚਾਰ ਕਰੇ, ਬਹੁਤ ਵਿਚਾਰ ਨਾਲ ਪੜ੍ਹੇ ਉਹਨਾਂ ਗ੍ਰੰਥਾਂ ਨੂੰ, ਸ੍ਰੀ ਗੁਰ ਗ੍ਰੰਥ ਵਿਲੋਕ ਤੇ, ਤਾਂ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ। ਯਾਨੀ 4 ਵੇਦ ਪੜ੍ਹਨੇ ਹੋਣ, ਪਹਿਲਾਂ ਜਿਵੇਂ ਦੱਸਿਆ ਵੀ 18 ਸਾਲ ਮਿਹਨਤ ਕਰੇ ਫੇਰ ਪੜ੍ਹੇ, ਫਿਰ ਫਲ ਮਿਲਣਾ 4 ਵੇਦਾਂ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਕਰ ਲਵੇ, ਆਖੋ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਗ੍ਰੰਥ ਵਿਲੋਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਹੀ ਕਰ ਲਵੇ। ਹਾਂਜੀ। ਦੇਤ ਵੇਗ ਫਲ 4। ਇਹ 4 ਫਲਾਂ ਦਾ ਦਾਤਾ ਹੈ। 4 ਵੇਦ ਪੜ੍ਹਨੇ, ਕਿੰਨੀ ਮਿਹਨਤ ਕਰਕੇ ਫਿਰ ਵੀ ਫਲ ਹੱਥ ਆਵੇ ਕਿ ਨਾ ਆਵੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾ ਨਾਲ ਦਰਸ਼ਨ ਕਰ ਲੈ, 4 ਫਲ ਮਿਲ ਜਾਣਗੇ। ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀਮਾਨ ਪੰਡਿਤ ਨਿਹਾਲ ਸਿੰਘ ਜੀ ਦਾ ਇਹ ਪਾਵਨ ਸਵਈਆ ਹੈ। ਉਹ ਕਹਿੰਦੇ ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਨਮ ਦਰਸ਼ਨ ਕਰਨਾ, ਜਨਮਾਂ ਜਨਮਾਂ ਦੇ ਪਾਪ ਪੁੰਨ ਦੇ ਰੂਪ 'ਚ ਬਦਲ ਜਾਂਦੇ। ਕੀਤੇ ਹੁਣ ਲੱਖਾਂ ਪਾਪ ਬਣ ਜਾਣ ਪੁੰਨ, ਹੋਰ ਚਾਹੀਦਾ ਕੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਇਤਨਾ ਫਲ ਹੈ। ਅੜਿਲ ਨਿਤ ਪ੍ਰਤ ਰੁਚ ਉਰ ਤਹਾਰ। ਸੋ ਸਾਧ ਸੰਗਤ ਜੀ, ਇਹ ਹੁਣ ਵਿਚਾਰ ਬੜੀ ਡੂੰਘੀ ਤੇ ਵਿਸਥਾਰ ਵਾਲੀ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੱਸ ਰਹੇ ਨੇ। ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਆਓ। ਅੱਜ ਮੰਗਲਵਾਰ ਦਾ ਦਿਹਾੜਾ, ਨਾਮ ਸਿਮਰਨ ਨਾਲ ਜੁੜ ਕੇ ਆਪਣੇ ਸਵਾਸਾਂ ਨੂੰ ਗੁਰੂ ਲੇਖੇ ਲਾਈਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ